ਵਾਹਿਗੁਰੂ ਸਾਹਿਬ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ 부ਝਾਈ, ਸਭਨਾ ਜੀਆ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰਾ ਇਕ ਦੇਹ 부ਝਾਈ, ਸਭਨਾ ਜੀਆ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਕਰਦਿਆਂ ਪੰਜਵੀਂ ਪੌੜੀ ਦੀ ਵਿਚਾਰ ਅੱਜ ਆਪਾਂ ਨੇ ਕਰਨੀ ਹੈ। ਇਸ ਪੌੜੀ ਦੀ ਪ੍ਰਾਰੰਭਤਾ ਕਰਦਿਆਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਗੁਰੂ ਨਾਨਕ ਸਾਹਿਬ ਜੀ ਰਹਿਮਤ ਕਰ ਰਹੇ ਨੇ ਕਿ ਉਸ ਪਰਮਾਤਮਾ ਨੂੰ ਥਾਪਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਅਤੇ ਨਾ ਹੀ ਸਾਡੇ ਬਣਾਇਆ ਉਹ ਬਣਦਾ ਹੈ, ਨਾ ਹੀ ਸਾਡੇ ਕੀਤਿਆਂ ਉਹ ਸਿਰਜਿਆ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਆਪੇ ਆਪ ਨਿਰੰਜਨ ਸੋਏ। ਉਸ ਪਰਮਾਤਮਾ ਨੂੰ ਬਣਾਇਆ ਨਹੀਂ ਜਾ ਸਕਦਾ, ਜੰਮਿਆ ਨਹੀਂ ਜਾ ਸਕਦਾ, ਕੀਤਾ ਨਹੀਂ ਜਾ ਸਕਦਾ, ਕਿਉਂਕਿ ਉਹ ਪਰਮਾਤਮਾ ਆਪਣੇ ਆਪ ਤੋਂ ਬਣਿਆ ਹੈ। ਆਪੇ ਆਪ ਨਿਰੰਜਨ ਸੋਏ। ਨਿਰੰਜਨ ਤੋਂ ਭਾਵ ਮਾਇਆ ਤੋਂ ਪਰੇ। ਅੰਜਨ ਦਾ ਅਰਥ ਹੁੰਦਾ ਹੈ ਮਾਇਆ, ਨਿਰੰਜਨ ਦਾ ਅਰਥ ਹੁੰਦਾ ਹੈ ਮਾਇਆ ਤੋਂ ਰਹਿਤ। ਜਿਹੜਾ ਪਰਮਾਤਮਾ ਮਾਇਆ ਤੋਂ ਰਹਿਤ ਹੈ ਉਹ ਆਪਣੇ ਆਪ ਤੋਂ ਬਣਿਆ ਹੈ, ਉਹ ਕਿਸੇ ਤੋਂ ਨਹੀਂ ਬਣਿਆ, ਕਿਸੇ ਨੇ ਨਹੀਂ ਉਹਨੂੰ ਜੰਮਿਆ, ਉਹਨੂੰ ਜਨਮ ਦੇਣ ਵਾਲੀ ਕੋਈ ਮਾਂ ਜਾਂ ਪਿਤਾ ਨਹੀਂ, ਉਹ ਆਪਣੇ ਆਪ ਤੋਂ ਬਣਿਆ ਹੈ। ਇਸੇ ਜਪਜੀ ਸਾਹਿਬ ਦੀ ਪ੍ਰਾਰੰਭਤਾ ਕਰਨ ਲੱਗਿਆ ਜਦੋਂ ਆਪਾਂ ਮੂਲ ਮੰਤਰ ਦੀ ਵਿਚਾਰ ਕੀਤੀ ਸੀ, ਇੱਕ ਸ਼ਬਦ ਆਇਆ ਸੀ ਸੈ ਭੰ ਅਜੂਨੀ ਸੈ ਭੰ। ਸੈ ਭੰ ਦਾ ਅਰਥ ਹੈ ਕਿ ਉਹ ਪਰਮਾਤਮਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਸੁਤੇ ਸਿੱਧ ਪ੍ਰਕਾਸ਼ਮਾਨ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਗੁਰਬਾਣੀ ਦੇ ਵਿੱਚ ਐਸੇ ਬੜੇ ਪ੍ਰਮਾਣ ਮਿਲ ਜਾਣਗੇ, ਔਰ ਉਦੋਂ ਵਿਚਾਰ ਕਰਦਿਆਂ ਆਪਾਂ ਬੜੇ ਪ੍ਰਮਾਣਾਂ ਤਹਿਤ ਇਹ ਵਿਚਾਰ ਕੀਤੀ ਸੀ ਕਿ ਪਰਮਾਤਮਾ ਦੀ ਕੋਈ ਮਾਂ ਨਹੀਂ, ਕੋਈ ਪਿਤਾ ਨਹੀਂ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਕਿਸੇ ਨੇ ਨਹੀਂ ਬਣਾਇਆ, ਕਿਉਂਕਿ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਫੁਰਮਾਨ ਆਉਂਦਾ ਹੈ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋ ਰੇ। ਉਸ ਪਰਮਾਤਮਾ ਨੂੰ ਕੋਈ ਸੰਕਟ ਨਹੀਂ ਆ ਸਕਦਾ, ਤਕਲੀਫ ਨਹੀਂ ਆ ਸਕਦੀ, ਔਰ ਉਹ ਪਰਮਾਤਮਾ ਜੂਨਾਂ ਦੇ ਵਿੱਚ ਨਹੀਂ ਆਉਂਦਾ, ਔਰ ਉਹਨੂੰ ਨਿਰੰਜਨ ਕਰਕੇ ਜਾਣਿਆ ਜਾਂਦਾ। ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਕਬੀਰ ਜੀ ਦਾ ਬਚਨ ਕਹਿੰਦੇ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋ ਰੇ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੇ ਮਾਈ ਨਾ ਬਾਪੋ ਰੇ। ਕਬੀਰ ਜੀ ਕਹਿੰਦੇ ਮੇਰਾ ਸੁਆਮੀ ਉਹ ਹੈ, ਮੇਰਾ ਠਾਕੁਰ ਉਹ ਹੈ ਜਿਹਦਾ ਨਾ ਕੋਈ ਮਾਂ ਹੈ ਅਤੇ ਨਾ ਹੀ ਕੋਈ ਪਿਤਾ ਹੈ। ਕਿਉਂਕਿ ਕਬੀਰ ਜੀ ਕਹਿੰਦੇ ਜਿਸ ਪਰਮਾਤਮਾ ਦੀ ਸ਼ਰਣੀ ਮੈਂ ਆਇਆ ਹੈ, ਉਸ ਪਰਮਾਤਮਾ ਨੂੰ ਜੰਮਣ ਵਾਲਾ ਕੋਈ ਨਹੀਂ, ਉਹਨੂੰ ਜਨਨ ਵਾਲਾ ਕੋਈ ਨਹੀਂ, ਉਹਦੀ ਕੋਈ ਜਨਨੀ ਨਹੀਂ। ਗੁਰਬਾਣੀ ਦੇ ਵਿੱਚ ਮਹਾਰਾਜ ਦਾ ਫਰਮਾਨ ਬ੍ਰਹਮੈ ਵੱਡਾ ਕਹਾਏ ਅੰਤ ਨਾ ਪਾਇਆ। ਬ੍ਰਹਮਾ ਜਿਹਨੇ ਆਪਣੇ ਆਪ ਨੂੰ ਵੱਡਾ ਕਹਾਇਆ, ਜਿਹਨੇ ਬੜਾ ਗਿਆਨ ਹਾਸਲ ਕੀਤਾ, ਦੁਨੀਆ ਦਾ ਅੰਤ ਪਾਉਣ ਨਿਕਲਿਆ,
ਤੇ ਉਹਨੇ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ। ਬ੍ਰਹਮਾ ਇਹ ਨਹੀਂ ਲੱਭ ਸਕਿਆ ਕਿ ਪਰਮਾਤਮਾ ਦੀ ਮਾਂ ਤੇ ਪਰਮਾਤਮਾ ਦਾ ਪਿਤਾ ਕੌਣ ਹੈ, ਕਿਉਂਕਿ ਉਹਦੇ ਮਾਤਾ ਤੇ ਪਿਤਾ ਹੁੰਦੇ ਤੇ ਲੱਭੇ ਜਾ ਸਕਦੇ ਸੀ ਨਾ। ਤੇ ਜੇ ਉਹਦੇ ਮਾਈ ਬਾਪ ਹੈ ਹੀ ਨਹੀਂ, ਫਿਰ ਕੌਣ ਉਹਦੇ ਮਾਤਾ ਪਿਤਾ ਨੂੰ ਲੱਭ ਸਕਦਾ ਹੈ। ਮਹਾਰਾਜ ਕਹਿੰਦੇ ਬ੍ਰਹਮੈ ਵੱਡਾ ਕਹਾਏ ਅੰਤ ਨਾ ਪਾਇਆ, ਨਾ ਤਿਸ ਬਾਪ ਨਾ ਮਾਏ ਜਿਨ ਤੂੰ ਜਾਇਆ ਕਿਨ ਤੂੰ ਜਾਇਆ। ਤੋ ਉਸ ਪਰਮਾਤਮਾ ਦਾ ਕੋਈ ਮਾਈ ਬਾਪ ਨਹੀਂ, ਕਿਉਂਕਿ ਉਹਨੂੰ ਕਿਸੇ ਨੇ ਨਹੀਂ ਬਣਾਇਆ, ਉਹ ਆਪਣੇ ਆਪ ਤੋਂ ਬਣਿਆ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਸ ਪਰਮਾਤਮਾ ਨੂੰ ਥਾਪਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ। ਮਾਇਆ ਤੋਂ ਰਹਿਤ ਪਰਮਾਤਮਾ ਆਪਣੇ ਆਪ ਤੋਂ ਬਣਿਆ ਹੈ। ਫਿਰ ਮੇਰੇ ਦਾਤਾ ਜੀ ਰਹਿਮਤ ਕਰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ। ਗੁਰੂ ਸਾਹਿਬ ਜੀ ਕਹਿ ਰਹੇ ਨੇ ਜਿਨ ਸੇਵਿਆ ਤਿਨ ਪਾਇਆ ਮਾਨ। ਜਿਸ ਪਰਮਾਤਮਾ ਨੂੰ ਜੰਮਣ ਵਾਲਾ ਕੋਈ ਨਹੀਂ, ਜਿਹੜਾ ਆਪਣੇ ਆਪ ਤੋਂ ਬਣਿਆ, ਤੇ ਉਸ ਪਰਮਾਤਮਾ ਦੀ ਸੇਵਨਾ ਜਿਸ ਕਿਸੇ ਨੇ ਵੀ ਕੀਤੀ, ਮਹਾਰਾਜ ਕਹਿੰਦੇ ਉਹ ਵਡਿਆਈ ਦਾ ਪਾਤਰ ਬਣ ਜਾਂਦਾ ਹੈ। ਉਹਨੂੰ ਸੋਭਾ ਮਿਲ ਜਾਂਦੀ ਹੈ, ਉਹਨੂੰ ਮਾਣ ਮਿਲ ਜਾਂਦਾ ਹੈ। ਰੱਬ ਦੇ ਘਰ ਵੀ ਸਤਿਕਾਰਿਆ ਜਾਂਦਾ ਹੈ ਔਰ ਦੁਨੀਆ ਦੇ ਵਿੱਚ ਵੀ ਉਹ ਪ੍ਰਤਾਪ ਹਾਸਲ ਕਰ ਲੈਂਦਾ ਹੈ। ਗੁਰਬਾਣੀ ਦੇ ਵਿੱਚ ਮੇਰੇ ਦਾਤਾ ਜੀ ਦੇ ਬਚਨ ਨੇ, ਜੇ ਸਤਿਗੁਰ ਸੇਵੇ ਆਪਣਾ ਤਿਸਨੂੰ ਪੂਜੇ ਸਭ ਕੋਏ। ਕਹਿੰਦੇ ਜਿਹੜਾ ਆਪਣੇ ਸਤਿਗੁਰੂ ਦੀ ਸੇਵਨਾ ਕਰਦਾ ਹੈ ਤੇ ਸਤਿਗੁਰੂ ਦੀ ਰਹਿਮਤ ਇਹ ਹੁੰਦੀ ਹੈ ਵੀ ਉਹਦੀ ਪੂਜਾ ਹੋਣ ਲੱਗ ਪੈਂਦੀ ਹੈ। ਉਹਦੀ ਪੂਜਾ ਤੋਂ ਭਾਵ ਦੁਨੀਆ ਉਹਦਾ ਸਤਿਕਾਰ ਕਰਨ ਲੱਗ ਪੈਂਦੀ ਹੈ, ਜਿਹੜਾ ਆਪਣੇ ਸਤਿਗੁਰੂ ਦੀ ਸੇਵਨਾ ਕਰਦਾ ਹੈ। ਜੇ ਸਤਿਗੁਰ ਸੇਵੇ ਆਪਣਾ ਤਿਸਨੂੰ ਪੂਜੇ ਸਭ ਕੋਏ, ਸਭਨਾ ਉਪਾਵਾਂ ਸਿਰ ਉਪਾਉ ਹੈ। ਫਿਰ ਸਵਾਲ ਕਰੀਏ ਮੇਰੇ ਸਤਿਗੁਰੂ ਜੀ, ਕਿਰਪਾ ਕਰਕੇ ਇਹ ਵੀ ਦੱਸੋ ਵੀ ਉਹ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਸਾਨੂੰ ਵਡਿਆਈ ਮਿਲਦੀ ਹੈ, ਸੋਭਾ ਮਿਲਦੀ ਹੈ, ਲੋਕ ਸਤਿਕਾਰ ਕਰਦੇ ਨੇ। ਤੇ ਮਹਾਰਾਜ ਕਹਿੰਦੇ ਸਭਨਾ ਉਪਾਵਾਂ ਸਿਰ ਉਪਾਉ ਹੈ, ਹਰ ਨਾਮ ਪ੍ਰਾਪਤ ਹੋਏ। ਸਾਰਿਆਂ ਤੋਂ ਵੱਡਾ ਉਪਾਵ ਇਹੀ ਹੈ ਕਿ ਇਹ ਸਭ ਕੁਝ ਉਸ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਜਿਹੜਾ ਉਹਦੇ ਨਾਮ ਨਾਲ ਜੁੜਦਾ ਹੈ, ਜਿਹੜਾ ਉਹਦੀ ਸੇਵਨਾ ਕਰਦਾ ਹੈ, ਉਹ ਦੁਨੀਆ ਦੇ ਵਿੱਚ ਪ੍ਰਤਾਪ ਹਾਸਲ ਕਰਦਾ ਹੈ ਔਰ ਪਰਮਾਤਮਾ ਦੇ ਦਰ 'ਤੇ ਵੀ ਸ਼ੋਭਾ ਪਾਉਂਦਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰੀ ਸਤਿਪੁਰਸ਼ਾਂ ਦੀ ਨਿੰਦਾ ਵੀ ਹੁੰਦੀ ਹੈ, ਪਰ ਪਰਮਾਤਮਾ ਦੀ ਨਾਮ ਦੀ ਬਰਕਤ ਇੰਨੀ ਹੁੰਦੀ ਹੈ ਕਿ ਉਸ ਸੰਤ ਜਨ, ਉਸ ਸਾਧੂ ਜਨ ਦਾ ਪ੍ਰਤਾਪ ਇੰਨਾ ਹੁੰਦਾ ਹੈ ਕਿ ਕਈ ਵਾਰੀ ਨਿੰਦਕ ਵੀ ਉਹਦੇ ਅੱਗੇ ਝੁਕ ਜਾਂਦੇ ਨੇ, ਨਿੰਦਕ ਵੀ ਉਹਦੇ ਅੱਗੇ ਸਿਰ ਨਹੀਂ ਚੁੱਕ ਸਕਦੇ। ਤੇ ਫਿਰ ਉਹ ਨਿੰਦਕ ਕੋਈ ਹੋਰ ਤਰੀਕਾ ਅਪਣਾਉਂਦੇ ਨੇ ਉਸ ਮਹਾਂਪੁਰਸ਼ ਨੂੰ ਖਤਮ ਕਰਨ ਦਾ। ਖੈਰ, ਗੁਰਬਾਣੀ ਦੇ ਵਿੱਚ ਬੜੇ ਪ੍ਰਮਾਣ ਮਿਲ ਜਾਣਗੇ ਜਿਹਦੇ ਤੋਂ ਸਤਿਗੁਰੂ ਜੀ ਨੇ ਇਹ ਸਪਸ਼ਟ ਕੀਤਾ ਹੈ ਕਿ ਨਾਮ ਜਪਣ ਵਾਲੇ ਦੀ ਮਹਿਮਾ ਹੁੰਦੀ ਹੈ। ਮਹਾਰਾਜ ਕਹਿੰਦੇ ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਏ ਨਾ ਲਾਖੈ। ਮਹਾਰਾਜ ਕਹਿੰਦੇ ਜਿਹੜਾ ਉਹਦਾ ਸੇਵਕ ਬਣ ਜਾਂਦਾ, ਜਿਹੜਾ ਉਹਦੀ ਸੇਵਨਾ ਕਰਦਾ ਹੈ, ਉਹ ਪਰਮਾਤਮਾ ਫਿਰ ਆਪਣੇ ਜਨ ਦਾ ਪਰਦਾ ਆਪ ਢੱਕਦਾ ਹੈ, ਆਪਣੇ ਸੇਵਕ ਦੀ ਆਪ ਲਾਜ ਰੱਖਦਾ ਹੈ, ਪੱਤ ਰੱਖਦਾ ਹੈ ਤੇ ਦੁਨੀਆ ਨੂੰ ਉਹਦੇ ਅੱਗੇ ਝੁਕਾ ਜਾਂਦਾ ਹੈ। ਜਿਹੜਾ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਦਾ ਹੈ, ਪਰਮਾਤਮਾ ਦੀ ਰਹਿਮਤ ਵਰਸਦੀ ਹੈ ਕਿ ਉਹਦੀ ਵਡਿਆਈ ਸੋਭਾ ਉਹਦੇ ਦਰ 'ਤੇ ਵੀ ਔਰ ਦੁਨੀਆ 'ਤੇ ਵੀ ਹੁੰਦੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਆਪਾਂ ਭਗਤ ਜਨਾਂ ਦਾ ਜੀਵਨ ਪੜ੍ਹ ਲਈਏ, ਕਈ ਗੁਰਸਿੱਖਾਂ ਦਾ ਜੀਵਨ ਪੜ੍ਹ ਲਈਏ, ਇੱਥੇ ਕਈ ਜਨ ਐਸੇ ਨੇ ਜਿਹੜੇ ਸੰਸਾਰ ਦੇ ਵਿੱਚ ਫਿਟਕਾਰ ਦਿੱਤੇ ਗਏ ਸਨ, ਪਰ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਨ ਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਦਾ ਜਸ ਅੱਜ ਪੂਰੀ ਦੁਨੀਆ ਕਰ ਰਹੀ ਹੈ ਔਰ ਅਸੀਂ ਸਾਰੇ ਉਹਨਾਂ ਦੇ ਚਰਨਾਂ 'ਤੇ ਜਾ ਕੇ ਝੁਕਦੇ ਹਾਂ। ਭਗਤ ਰਵਿਦਾਸ ਜੀ ਇੱਕ ਐਸੀ ਸ਼ਖਸੀਅਤ ਜਿਨ੍ਹਾਂ ਦਾ ਜਨਮ ਚਮਾਰਾਂ ਦੇ ਘਰ ਹੋਇਆ, ਜੁੱਤੀਆਂ ਗੰਢ ਕੇ ਗੁਜ਼ਾਰਾ ਕਰਦੇ ਨੇ, ਪਿੰਡ ਤੋਂ ਬਾਹਰ ਝੋਪੜੀ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਨੇ। ਕੋਈ ਲੋਕ ਉਹਨਾਂ ਦੇ ਨੇੜੇ ਨਹੀਂ ਢੁਕਦਾ, ਉੱਚੀਆਂ ਜਾਤਾਂ ਵਾਲੇ ਉਹਨਾਂ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਦੇ ਪਰਛਾਵੇਂ ਤੋਂ ਭੱਜਦੇ ਨੇ। ਪਰ ਭਗਤ ਰਵਿਦਾਸ ਜੀ ਆਪਣੀ ਜ਼ੁਬਾਨੀ ਕਹਿ ਰਹੇ ਨੇ, ਕਹਿੰਦੇ ਭਾਵੇਂ ਮੈਂ ਨੀਵੀਂ ਜਾਤ ਵਾਲਾ, ਭਾਵੇਂ ਮੈਂ ਚਮਾਰ ਜੁੱਤੀਆਂ ਗੰਢ ਕੇ ਗੁਜ਼ਾਰਾ ਕਰਦਾ ਹੈ, ਪਰ ਮੈਂ ਜਦੋਂ ਪਰਮਾਤਮਾ ਦੀ ਬੰਦਗੀ ਵਿੱਚ ਜੁੜਿਆ, ਉਹਦੇ ਨਾਮ ਨਾਲ ਜੁੜਿਆ, ਤੇ ਨਾਮ ਦਾ ਨਤੀਜਾ ਇਹ ਹੋਇਆ ਕਿ ਬਨਾਰਸ ਰਹਿਣ ਵਾਲਾ ਉੱਚਾ ਪ੍ਰੋਹਤ, ਪ੍ਰੋਹਤਾਂ ਦਾ ਸਿਰਮੌਰ ਪ੍ਰੋਹਤ, ਬ੍ਰਾਹਮਣਾਂ ਦਾ ਸਿਰਮੌਰ ਪ੍ਰੋਹਤ, ਉਹਨੇ ਮੇਰੇ ਚਰਨਾਂ 'ਤੇ ਆ ਕੇ ਮੱਥਾ ਟੇਕ ਦਿੱਤਾ। ਭਗਤ ਰਵਿਦਾਸ ਜੀ ਆਪ ਆਪਣੇ ਬਚਨਾਂ 'ਚ ਕਹਿ ਰਹੇ ਨੇ, ਕਹਿੰਦੇ ਬ੍ਰਾਹਮਣਾਂ ਦੇ ਸਿਰਮੌਰ ਬ੍ਰਾਹਮਣ ਨੇ ਮੇਰੇ ਪੈਰਾਂ 'ਚ ਆ ਕੇ ਮੱਥਾ ਟੇਕ ਦਿੱਤਾ। ਤੇ ਭਗਤ ਰਵਿਦਾਸ ਜੀ ਕਹਿੰਦੇ ਮੈਂ ਉਸ ਪਰਮਾਤਮਾ ਅੱਗੇ ਹੱਥ ਜੋੜ ਲਏ
ਤੇ ਉਸ ਪਰਮਾਤਮਾ ਅੱਗੇ ਅਰਜ਼ੋਈ ਕੀਤੀ, ਪਰਮਾਤਮਾ ਮੈਂ ਤਾਂ ਉਹ ਸੀ ਜਿਹਦੇ ਪਰਛਾਵੇਂ ਤੋਂ ਵੀ ਲੋਕ ਭੱਜਦੇ ਸਨ, ਪਰ ਤੇਰੇ ਨਾਮ ਦੇ ਨਾਲ ਜੁੜਨ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਬ੍ਰਾਹਮਣ ਸਾਨੂੰ ਨੀਵਾਂ ਸਮਝਦੇ ਸਨ, ਅੱਜ ਤੇਰੇ ਨਾਮ ਦੀ ਵਡਿਆਈ ਇਹ ਹੈ ਕਿ ਉੱਚੇ ਬ੍ਰਾਹਮਣ ਵੀ ਤੂੰ ਆਪਣੇ ਸੇਵਕ ਦੇ ਚਰਨਾਂ 'ਤੇ ਝੁਕਾ ਦਿੱਤੇ। ਇਹ ਤੇਰੀ ਵਡਿਆਈ ਹੈ ਦਾਤਾ, ਇਹ ਤੇਰੀ ਸੇਵਨਾ ਦੀ ਵਡਿਆਈ ਹੈ। ਭਗਤ ਰਵਿਦਾਸ ਜੀ ਦਾ ਬਚਨ ਹੈ, ਮੇਰੀ ਜਾਤ ਕੁੱਟ ਬਾਂਡਲਾ ਢੋਰ ਢੋਵੰਤਾ ਨਿਤ ਹੈ ਬਾਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੌਤ ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸਾ। ਜਿਹੜਾ ਤੇਰੇ ਨਾਮ ਦੀ ਸ਼ਰਨ ਆ ਜਾਵੇ ਫਿਰ ਉਹਦੇ ਚਰਨਾਂ 'ਤੇ ਤੂੰ ਦੁਨੀਆ ਝੁਕਾ ਦਿੰਦਾ। ਅੱਜ ਤੁਸੀਂ ਦੇਖ ਲਵੋ ਵਕਤ ਦੇ ਲੋਕ ਜਿਨ੍ਹਾਂ ਤੋਂ ਨਫ਼ਰਤ ਕਰਦੇ ਰਹੇ, ਕਬੀਰ ਜੀ ਤੋਂ, ਰਵਿਦਾਸ ਜੀ ਤੋਂ, ਅੱਜ ਅਸੀਂ ਉਹਨਾਂ ਦੇ ਚਰਨਾਂ 'ਤੇ ਮੱਥੇ ਟੇਕਦੇ ਹਾਂ। ਇਹ ਉਹਦੇ ਨਾਮ ਦੀ ਸ਼ੋਭਾ ਹੈ ਸਾਧ ਸੰਗਤ। ਮਹਾਰਾਜ ਕਹਿੰਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਣ। ਜਿਹੜਾ ਵੀ ਉਹਦੀ ਸੇਵਨਾ ਕਰਦਾ ਹੈ ਫਿਰ ਪਰਮਾਤਮਾ ਉਹਨੂੰ ਵਡਿਆਈ ਬਖਸ਼ਦਾ ਹੈ। ਅੱਗੇ ਮਹਾਰਾਜ ਬਚਨ ਕਰਦੇ ਨੇ, ਨਾਨਕ ਗਾਵੀਐ ਗੁਣੀ ਨਿਧਾਨ। ਜਿਸ ਨਾਮ ਦੀ ਇੰਨੀ ਮਹਿਮਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਤੂੰ ਵੀ ਉਸ ਗੁਣੀ ਨਿਧਾਨ ਨੂੰ ਗਾ। ਗੁਣੀ ਨਿਧਾਨ, ਨਿਧਾਨ ਦਾ ਅਰਥ ਹੁੰਦਾ ਹੈ ਖਜ਼ਾਨਾ। ਉਸ ਗੁਣਾਂ ਦੇ ਖਜ਼ਾਨੇ ਨੂੰ ਤੂੰ ਵੀ ਗਾ ਮੇਰੇ ਮਨਾ, ਕਿਉਂਕਿ ਉਸ ਗੁਣਾਂ ਦੇ ਖਜ਼ਾਨੇ ਦੀ ਇਹ ਮਹਿਮਾ ਹੈ ਕਿ ਜਿਹੜਾ ਉਹਦੇ ਨਾਲ ਜੁੜਦਾ ਹੈ ਫਿਰ ਉਹ ਪਰਮਾਤਮਾ ਉਸ ਸੇਵਕ ਦੀ ਆਪ ਲਾਜ ਰੱਖਦਾ ਹੈ। ਇਸ ਕਰਕੇ ਵਾਰ-ਵਾਰ ਉਹਦੇ ਗੁਣ ਗਾਉਣ ਲਈ ਮੇਰੇ ਸਤਿਗੁਰੂ ਜੀ ਨੇ ਪ੍ਰੇਰਿਤ ਕੀਤਾ। ਮਹਾਰਾਜ ਕਹਿੰਦੇ ਨੇ ਨਾ, ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਹੇ ਭਾਈ ਉਸ ਪਰਮਾਤਮਾ ਦੇ ਗੁਣ ਗਾਓ। ਇਹ ਮਨੁੱਖਾ ਜਨਮ ਉਹਦੇ ਗੁਣ ਗਾਉਣ ਲਈ ਬਣਿਆ ਤੇ ਤੂੰ ਕਿਉਂ ਬਿਰਥਾ ਗਵਾ ਰਿਹਾ। ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ। ਮਹਾਰਾਜ ਕਹਿੰਦੇ ਉਹਦੇ ਨਾਮ ਨੂੰ ਧਿਆਉਣਾ ਕਰੋ। ਨਾਨਕ, ਹੇ ਨਾਨਕ ਗਾਵੀਐ ਗੁਣੀ ਨਿਧਾਨ। ਉਸ ਗੁਣੀ ਨਿਧਾਨ ਗੁਣਾਂ ਦੇ ਖਜ਼ਾਨੇ ਨੂੰ ਗਾਉਣਾ ਕਰੀਏ। ਮਹਾਰਾਜ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਓ। ਤੇ ਫਿਰ ਗਾਉਣਾ ਕਿਵੇਂ ਹੈ ਇਹ ਵੀ ਦੱਸਦੇ ਨੇ। ਮਹਾਰਾਜ ਕਹਿੰਦੇ ਇੱਕ ਉਹਦੇ ਨਾਮ ਨੂੰ ਗਾ, ਉਹਦੇ ਗੁਣਾਂ ਨੂੰ ਗਾ। ਗਾਵੀਐ ਉਹਦੀ ਸੋਭਾ ਗਾ ਤੇ ਗਾਉਣ ਦੇ ਨਾਲ ਨਾਲ ਆਪਣੇ ਕੰਨਾਂ ਤੋਂ ਸੁਣ ਵੀ। ਕਈ ਵਾਰੀ ਸਾਧ ਸੰਗਤ ਅਸੀਂ ਪਾਠ ਤਾਂ ਜ਼ੁਬਾਨ ਕਰਕੇ ਕਰਦੇ ਹਾਂ, ਪਰ ਅਸੀਂ ਧਿਆਨ ਨਾਲ ਨਹੀਂ ਕਰਦੇ। ਧਿਆਨ ਤੋਂ ਭਾਵ ਕੰਨਾਂ ਤੋਂ ਸੁਣਦੇ ਨਹੀਂ, ਬਸ ਪੜ੍ਹੀ ਜਾਂਦੇ ਹਾਂ। ਕਈ ਸੱਜਣ ਤਾਂ ਜ਼ੁਬਾਨ ਤੋਂ ਵੀ ਨਹੀਂ ਬੋਲਦੇ, ਬਸ ਮੂੰਹ ਬੰਨ੍ਹਦੇ ਅਤੇ ਕਰੀ ਜਾਂਦੇ ਪਾਠ। ਮੈਂ ਬੇਨਤੀ ਕਰਾਂ ਸਾਧ ਸੰਗਤ, ਜਿਸ ਦੀ ਅਵਸਥਾ ਉੱਚੀ ਹੋ ਗਈ ਉਹ ਜਿਵੇਂ ਵੀ ਬੰਦਗੀ ਕਰੇਗਾ ਕਬੂਲਿਆ ਜਾਵੇਗਾ। ਪਰ ਜਿਹੜਾ ਬਿਗਨਰ ਹੈ, ਆਮ ਇਨਸਾਨ ਹੈ, ਜੇ ਉਹ ਬੰਦਗੀ ਨਾਲ ਜੁੜਿਆ ਪਹਿਲਾਂ ਉਹਨੂੰ ਆਪਣੀ ਜ਼ਬਾਨ ਤੋਂ ਬੋਲਣਾ ਹੀ ਪਵੇਗਾ। ਤੁਸੀਂ ਇਤਿਹਾਸ ਪੜਚੋਲ ਕੇ ਦੇਖ ਲਿਓ, ਇੱਥੇ ਅੰਨੇ ਤਾਂ ਭਗਤ ਹੋਏ ਨੇ, ਪਰ ਜਿਹੜੇ ਜ਼ਬਾਨ ਕਰਕੇ ਬੋਲ ਨਹੀਂ ਸਕਦੇ, ਕੰਨਾਂ ਤੋਂ ਸੁਣ ਨਹੀਂ ਸਕਦੇ, ਐਸਾ ਕੋਈ ਭਗਤ ਦੇਖਣ ਨੂੰ ਨਹੀਂ ਮਿਲੇਗਾ। ਕਿਉਂਕਿ ਉਹਦਾ ਭਗਤ ਉਹੀ ਬਣ ਸਕਦਾ ਜਿਹੜਾ ਗਾ ਸਕਦਾ, ਸੁਣ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਦੇ ਗੁਣਾਂ ਨੂੰ ਗਾ ਅਤੇ ਗਾਉਣ ਦੇ ਨਾਲ ਨਾਲ ਜੋ ਗਾ ਰਿਹਾ ਉਹਨੂੰ ਕੰਨਾਂ ਤੋਂ ਧਿਆਨ ਦੇ ਕੇ ਸੁਣ ਵੀ। ਸੁਣਨ ਦਾ ਵੀ ਅਭਿਆਸ ਕਰਨਾ ਹੈ। ਮਹਾਰਾਜ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਕਿਉਂਕਿ ਜਦੋਂ ਤੂੰ ਗਾਏਗਾ ਔਰ ਸੁਣੇਗਾ, ਇਹ ਅਭਿਆਸ ਜਿਵੇਂ ਜਿਵੇਂ ਤੇਰਾ ਬਣੇਗਾ ਤਿਵੇਂ ਤਿਵੇਂ ਉਸ ਪਰਮਾਤਮਾ ਨਾਲ ਪ੍ਰੀਤ ਬਣਦੀ ਜਾਵੇਗੀ। ਔਰ ਸੱਚ ਜਾਣੀ ਤੇਰੀ ਖੇਡ ਉਦੋਂ ਬਣਨੀ ਹੈ ਜਦੋਂ ਹਿਰਦੇ ਵਿੱਚ, ਮਨ ਦੇ ਵਿੱਚ ਉਹਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ, ਪ੍ਰੀਤ ਪੈਦਾ ਹੋ ਗਈ, ਭਾਉ ਪੈਦਾ ਹੋ ਗਿਆ। ਭਾਉ ਦਾ ਅਰਥ ਹੁੰਦਾ ਹੈ ਪ੍ਰੇਮ, ਪ੍ਰੀਤ। ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਨੇ ਨਾ, ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਮੈਂ ਸੱਚ ਕਰਕੇ ਕਹਿੰਦਾ, ਸਾਰੇ ਸੁਣ ਲਓ। ਜਿਹਦੇ ਹਿਰਦੇ ਵਿੱਚ ਪਰਮਾਤਮਾ ਲਈ ਪ੍ਰੇਮ ਪੈਦਾ ਹੋਇਆ, ਪਰਮਾਤਮਾ ਦੀ ਪ੍ਰਾਪਤੀ ਤਾਂ ਉਹਨੂੰ ਹੀ ਹੋ ਸਕਦੀ ਹੈ। ਕਿਉਂਕਿ ਪਰਮਾਤਮਾ ਜੇ ਸਮਝਦਾ ਹੈ ਤਾਂ ਕੇਵਲ ਪ੍ਰੇਮ ਦੀ ਭਾਸ਼ਾ ਸਮਝਦਾ। ਜੇ ਪ੍ਰੇਮ ਨਾਲ ਉਹ ਜੁੜ ਕੇ ਗਾਵਾਂਗੇ ਉਹਦੇ ਦਰ 'ਤੇ ਕਬੂਲ ਪੈਂਦਾ। ਮਹਾਰਾਜ ਕਹਿੰਦੇ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਪਰ ਜੇ ਅਸੀਂ ਗਾ ਕੇ ਸੁਣਨ ਦਾ ਯਤਨ ਨਹੀਂ ਕਰ ਰਹੇ ਔਰ ਹਿਰਦੇ 'ਚ ਪ੍ਰੀਤ ਪੈਦਾ ਨਹੀਂ ਹੋ ਰਹੀ, ਬਸ ਬੱਧਾ ਚੱਟੀ 'ਚ ਕਰੇ ਜਾ ਰਹੇ ਹਾਂ ਵੀ ਹੁਕਮ ਆ ਜੀ ਕਰਨਾ ਹੈ, ਅਤੇ ਮਨ ਜੁੜ ਨਹੀਂ ਰਿਹਾ। ਚਲੋ ਨਹੀਂ ਜੁੜਦਾ ਤਾਂ ਵੀ ਕਰੋ, ਪਰ ਜੇ ਜੋੜਨ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ, ਉਹਦੇ ਨਾਲ ਪ੍ਰੀਤ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ, ਕਪਟ ਕਰੀ ਜਾ ਰਹੇ ਹਾਂ, ਬੱਧਾ ਚੱਟੀ 'ਚ ਕਰੀ ਜਾ ਰਹੇ ਹਾਂ, ਅਤੇ ਮਹਾਰਾਜ ਕਹਿੰਦੇ ਫਿਰ ਨਤੀਜਾ ਇਹ ਨਿਕਲੇਗਾ ਵੀ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਮਹਾਰਾਜ ਕਹਿੰਦੇ ਜਿਹੜਾ ਇਨਸਾਨ ਪ੍ਰੀਤ ਤੋਂ ਬਿਨਾਂ ਉਹਦਾ ਨਾਮ ਜਪੇ,
ਪ੍ਰੀਤ ਤੋਂ ਬਿਨਾਂ ਉਹਦੀ ਸੇਵਨਾ ਕਰੇ, ਉਹਨੂੰ ਨਾ ਤਾਂ ਆਪ ਫਾਇਦਾ ਹੋਏਗਾ, ਨਾ ਹੀ ਕਿਸੇ ਦਾ ਉਪਕਾਰ ਕਰ ਸਕੇਗਾ, ਨਾ ਹੀ ਕਿਸੇ ਦਾ ਭਲਾ ਕਰ ਸਕੇਗਾ। ਕਿਉਂਕਿ ਉਸ ਗੁਣਾਂ ਦਾ ਧਾਰਨੀ ਤਾਂ ਹੀ ਬਣ ਸਕਦਾ ਜੇ ਪ੍ਰੀਤ ਨਾਲ ਉਹਨੂੰ ਗਾਵੇਗਾ। ਹਾਲਾਂਕਿ ਮਹਾਰਾਜ ਨੇ ਉਹਨਾਂ ਨੂੰ ਡਿਸਕਰੇਜ ਨਹੀਂ ਕੀਤਾ ਜਿਨ੍ਹਾਂ ਦੀ ਪ੍ਰੀਤ ਜੁੜ ਨਹੀਂ ਰਹੀ। ਮਹਾਰਾਜ ਕਹਿੰਦੇ ਨਹੀਂ ਜੁੜ ਰਹੀ, ਤੁਸੀਂ ਫਿਰ ਵੀ ਜਪੋ, ਸੁਣੋ, ਕਿਉਂਕਿ ਅਭਿਆਸ ਕਰਦੇ ਰਹੋਗੇ ਫਿਰ ਹੀ ਹਿਰਦੇ ਵਿੱਚ ਪ੍ਰੀਤ ਪੈਦਾ ਹੋਏਗੀ। ਪਰ ਜੇ ਇੰਨੇ ਸਾਲ ਲੰਘ ਗਏ ਤੁਸੀਂ ਫਿਰ ਵੀ ਮਨ ਜੋੜਨ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ, ਬਸ ਇਕੱਲੇ ਪੜ੍ਹਨ ਦੀ ਹੀ ਆਦਤ ਪਾ ਲਈ, ਤੇ ਮਹਾਰਾਜ ਕਹਿੰਦੇ ਫਿਰ ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਕਾਰਜ ਉਹੀ ਰਾਸ ਆਉਂਦਾ ਹੈ ਜਿਹੜਾ ਖੁਸ਼ੀ ਨਾਲ ਕੀਤਾ ਜਾਵੇ, ਚਾਅ ਨਾਲ ਕੀਤਾ ਜਾਵੇ, ਪ੍ਰੇਮ ਨਾਲ ਕੀਤਾ ਜਾਵੇ। ਤੋ ਮਹਾਰਾਜ ਕਹਿੰਦੇ ਇਸ ਗੱਲ ਨੂੰ ਹਿਰਦੇ 'ਚ ਧਾਰਨ ਕਰ ਲਵੋ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ। ਉਹਦੇ ਗੁਣ ਗਾਓ, ਕੰਨਾਂ ਤੋਂ ਸੁਣੋ ਔਰ ਮਨ ਦੇ ਵਿੱਚ ਉਹਦੇ ਪ੍ਰਤੀ ਭਾਉ ਰੱਖੋ, ਪ੍ਰੀਤ ਰੱਖੋ। ਮੈਂ ਬੇਨਤੀ ਕਰਾਂ ਸਾਧ ਸੰਗਤ, ਜਦੋਂ ਵੀ ਅਸੀਂ ਪਾਠ ਕਰਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰੀਏ, ਨਿਤਨੇਮ ਕਰੀਏ, ਜਿੱਥੇ ਅਸੀਂ ਜ਼ੁਬਾਨ ਕਰਕੇ ਬੋਲਣਾ ਹੈ ਉੱਥੇ ਕੰਨਾਂ ਤੋਂ ਧਿਆਨ ਦੇ ਨਾਲ ਸੁਣਨਾ ਹੈ ਅਤੇ ਮਨ ਦੇ ਵਿੱਚ ਉਸ ਪਰਮਾਤਮਾ ਪ੍ਰਤੀ ਪ੍ਰੀਤ ਵੀ ਰੱਖਣੀ ਹੈ। ਜਦੋਂ ਪੜ੍ਹ ਰਹੇ ਹਾਂ ਨਾ ਨਿਰਭਉ ਨਿਰਵੈਰ, ਨਾਲ ਨਾਲ ਹਿਰਦੇ 'ਚ ਪ੍ਰੀਤ ਵੀ ਆਵੇ, ਕਮਾਲ ਦਾ ਮੇਰਾ ਵਾਹਿਗੁਰੂ ਜੀ ਤੁਸੀਂ ਨਿਰਭਉ ਹੋ, ਪ੍ਰੀਤ ਉਪਜੇ ਅੰਦਰੋਂ, ਵਾਹਿਗੁਰੂ ਜੀ ਤੁਸੀਂ ਨਿਰਵੈਰ ਹੋ, ਤੁਸੀਂ ਸੱਚਾ ਇਨਸਾਫ ਕਰਦੇ ਹੋ, ਤੁਸੀਂ ਥਾਪੇ ਨਹੀਂ ਜਾ ਸਕਦੇ, ਕਿੰਨਾ ਕਮਾਲ ਦਾ ਮੇਰਾ ਪਰਮਾਤਮਾ। ਇਸ ਤਰ੍ਹਾਂ ਹਿਰਦੇ ਵਿੱਚ ਉਸ ਪਰਮਾਤਮਾ ਪ੍ਰਤੀ ਪ੍ਰੀਤ ਵੀ ਪੈਦਾ ਕਰੀਏ, ਗਾਈਏ, ਸੁਣੀਏ ਔਰ ਮਨ ਕਰਕੇ ਉਹਦੇ ਪ੍ਰਤੀ ਭਾਵ ਰੱਖੀਏ। ਮਹਾਰਾਜ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਅਤੇ ਫਿਰ ਮਹਾਰਾਜ ਦੇ ਬਚਨ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਅਤੇ ਮਹਾਰਾਜ ਕਹਿੰਦੇ ਜਿਹੜਾ ਇਸ ਤਰ੍ਹਾਂ ਕਰ ਲਵੇਗਾ, ਉਹਨੂੰ ਗਾਵੇਗਾ, ਸੁਣੇਗਾ ਔਰ ਮਨ ਕਰਕੇ ਪ੍ਰੀਤ ਰੱਖੇਗਾ, ਫਿਰ ਨਤੀਜਾ ਕੀ ਹੋਏਗਾ? ਦੁੱਖ ਪਰ ਹਰ, ਦੁੱਖ ਦੂਰ ਹੋ ਜਾਣਗੇ, ਵਿਪਤਾਵਾਂ, ਮੁਸ਼ਕਲਾਂ, ਦੁੱਖ, ਸੋਗ, ਤਾਪ ਸਭ ਕੁਝ ਖਤਮ ਹੋ ਜਾਏਗਾ। ਸੁੱਖ ਘਰ ਲੈ ਜਾਏ ਅਤੇ ਸੁੱਖ ਨੂੰ ਆਪਣੇ ਹਿਰਦੇ 'ਚ ਵਸਾ ਲਵੇਗਾ। ਇੱਥੇ ਮੈਂ ਬੇਨਤੀ ਕਰਾਂ, ਕਈ ਭਾਵੇਂ ਇਸ ਦੁੱਖ ਅਤੇ ਸੁੱਖ ਦੇ ਅੰਤਰੀਵ ਅਰਥ ਕੱਢ ਕੇ ਇਹਨੂੰ ਆਤਮਿਕ ਸੁੱਖ ਦੀ ਗੱਲ ਕਰਨ, ਪਰ ਮੈਂ ਬੇਨਤੀ ਕਰਾਂ ਸਾਧ ਸੰਗਤ, ਆਪਣੇ ਗੁਰੂ 'ਤੇ ਪਰਮਾਤਮਾ 'ਤੇ ਇੰਨਾ ਭਰੋਸਾ ਰੱਖੋ, ਜਿਹੜਾ ਉਹਨੂੰ ਗਾਉਂਦਾ ਹੈ, ਸੁਣਦਾ ਹੈ, ਉਹਦੇ ਨਾਲ ਪ੍ਰੀਤ ਕਰਦਾ ਹੈ, ਆਤਮਿਕ ਸੁੱਖ ਤਾਂ ਮਿਲਦਾ ਹੀ ਹੈ, ਉਹ ਪਰਮਾਤਮਾ ਰਹਿਮਤ ਕਰੇ ਦੁਨਿਆਵੀ ਸੁੱਖ ਵੀ ਮਿਲਦਾ ਹੈ। ਮੈਂ ਗੁਰਬਾਣੀ ਦੇ ਹਵਾਲੇ ਦੇ ਕੇ ਕਹਾਂਗਾ, ਮਹਾਰਾਜ ਦੇ ਬਚਨ ਆਉਂਦੇ ਨੇ ਨਾ, ਤੀਨੇ ਤਾਪ ਨਿਵਾਰਨ ਹਾਰਾ। ਹੁਣ ਇੱਥੇ ਤਿੰਨ ਤਾਪ ਕਿਹੜੇ ਨੇ? ਤੁਸੀਂ ਸਾਹਿਬ ਸਿੰਘ ਦੇ ਅਰਥ ਪੜ੍ਹ ਲਓ। ਤਿੰਨ ਤਾਪ ਹੁੰਦੇ ਨੇ ਆਦਿ, ਵਿਆਦ ਅਤੇ ਉਪਾਦ। ਆਦਿ ਦਾ ਮਤਲਬ ਕਿ ਮਨ ਕਰਕੇ ਜਿਹੜਾ ਰੋਗੀ ਹੈ, ਆ ਜਿੰਨੇ ਵਕਾਰ ਨੇ, ਮਨ ਕਰਕੇ ਚਿੰਤਾ ਦੇ ਵਿੱਚ ਰਹਿੰਦਾ, ਮਨ ਕਰਕੇ ਟੈਨਸ਼ਨ ਦੇ ਵਿੱਚ ਰਹਿੰਦਾ, ਫਿਰ ਵਕਾਰਾਂ ਨੂੰ ਵੀ ਆਪਾਂ ਮਨ ਦੇ ਰੋਗ ਕਹਿ ਸਕਦੇ ਹਾਂ। ਜਿਹੜਾ ਮਨ ਕਰਕੇ ਰੋਗੀ ਹੈ, ਪਰਮਾਤਮਾ ਦੀ ਸੇਵਨਾ ਕਰਨ ਦੇ ਨਾਲ, ਉਹਨੂੰ ਗਾਉਣ ਦੇ ਨਾਲ ਮਨ ਦਾ ਰੋਗ ਵੀ ਖਤਮ ਹੋਏਗਾ, ਉਹਦੀਆਂ ਚਿੰਤਾਵਾਂ ਖਤਮ ਹੋਣਗੀਆਂ, ਉਹਦੇ ਅੰਦਰੋਂ ਵਕਾਰ ਖਤਮ ਹੋਣਗੇ। ਆਦਿ ਰੋਗ ਦਾ ਅਰਥ ਮਨ ਦੇ ਰੋਗ। ਫਿਰ ਵਿਆਦ ਰੋਗ ਦਾ ਅਰਥ ਹੈ ਸਰੀਰਕ ਰੋਗ, ਜਿਹੜੇ ਸਰੀਰ ਨੂੰ ਰੋਗ ਲੱਗ ਜਾਂਦੇ ਨੇ, ਬੁਖਾਰ ਚੜ੍ਹ ਗਿਆ, ਕੈਂਸਰ ਹੋ ਗਿਆ, ਹੋਰ ਕਈ ਕਿਸਮ ਦੀਆਂ ਬਿਮਾਰੀਆਂ ਲੱਗਦੀਆਂ ਨੇ, ਇਹਨੂੰ ਸਰੀਰਕ ਰੋਗ ਕਹਿ ਦਿੰਦੇ ਨੇ। ਫਿਰ ਮਹਾਰਾਜ ਨੇ ਕਿਹਾ ਉਪਾਦ ਰੋਗ, ਆਦਿ, ਵਿਆਦ ਅਤੇ ਉਪਾਦ। ਉਪਾਦ ਦਾ ਅਰਥ ਹੁੰਦਾ ਵੀ ਜਿਹੜੇ ਆਮ ਤੌਰ 'ਤੇ ਪਰਿਵਾਰਕ ਜਾਂ ਸਮਾਜਿਕ ਦੁੱਖ ਹੁੰਦੇ ਨੇ, ਘਰ 'ਚ ਝਗੜੇ ਹੋ ਰਹੇ ਨੇ, ਕਲੇਸ਼ ਹੋ ਰਹੀ ਹੈ, ਇਹਨੂੰ ਆਪਾਂ ਉਪਾਦ ਰੋਗ ਕਹਿ ਸਕਦੇ ਹਾਂ। ਆਦਿ, ਵਿਆਦ ਅਤੇ ਉਪਾਦ। ਮਹਾਰਾਜ ਕਹਿੰਦੇ ਉਹ ਪਰਮਾਤਮਾ ਕੇਵਲ ਆਦਿ ਰੋਗ ਹੀ ਖਤਮ ਨਹੀਂ ਕਰਦਾ। ਇਹ ਨਾ ਕਹੋ ਵੀ ਪਰਮਾਤਮਾ ਕੇਵਲ ਮਨ ਦੇ ਰੋਗ ਹੀ ਖਤਮ ਕਰਦਾ, ਮਨ ਦੇ ਦੁੱਖ ਹੀ ਖਤਮ ਕਰਦਾ ਹੈ। ਕਹਿੰਦੇ ਉਸ ਪਰਮਾਤਮਾ ਦੇ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਹਰ ਕਿਸਮ ਦੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਉਹਦੇ ਦੁੱਖ ਦੂਰ ਹੁੰਦੇ ਨੇ ਜਿਹੜਾ ਉਹਨੂੰ ਗਾਉਂਦਾ ਹੈ, ਸੁਣਦਾ ਹੈ ਔਰ ਮਨ ਕਰਕੇ ਪ੍ਰੀਤ ਰੱਖਦਾ ਹੈ। ਮਹਾਰਾਜ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਿਹੜਾ ਉਹਨੂੰ ਗਾਏਗਾ, ਸੁਣੇਗਾ ਔਰ ਮਨ ਕਰਕੇ ਪ੍ਰੀਤ ਰੱਖੇਗਾ, ਉਹਦੇ ਦੁੱਖ ਦੂਰ ਹੋ ਜਾਣਗੇ ਔਰ ਸੁੱਖ ਨੂੰ ਹਿਰਦੇ ਵਿੱਚ ਵਸਾ ਲਵੇਗਾ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਗੁਰਮੁਖ ਨਾਦੰ। ਇੱਥੇ ਹੁਣ ਗੁਰਮੁਖ ਦੇ ਸਪੈਲਿੰਗ ਧਿਆਨ ਨਾਲ ਪੜ੍ਹਨੇ ਪੈਣੇ ਨੇ। ਗੱਗੇ ਨੂੰ ਔਂਕੜ ਰਾਰਾ, ਮੰਮੇ ਨੂੰ ਔਂਕੜ ਅਤੇ ਖੱਖੇ ਨੂੰ ਸਿਹਾਰੀ। ਇੱਥੇ ਗੁਰਮੁਖ ਦਾ ਅਰਥ ਆਮ ਸਿੱਖ ਨਹੀਂ ਕਰਨਾ।
ਗੁਰਮੁਖ ਦਾ ਅਰਥ ਹੁੰਦਾ ਹੈ ਕਿ ਜਿਨ੍ਹੇ ਗੁਰੂ ਦੇ ਵੱਲ ਆਪਣਾ ਮੁੱਖ ਕਰ ਲਿਆ। ਗੁਰੂ ਵੱਲ ਮੁੱਖ ਕਰਨ ਦੇ ਨਾਲ ਕੀ ਹੁੰਦਾ ਹੈ? ਨਾਦੰ, ਉਸ ਪਰਮਾਤਮਾ ਦਾ ਨਾਦ ਸੁਣਾਈ ਦਿੰਦਾ। ਜਿਹੜਾ ਸ਼ਬਦ, ਜਿਹੜਾ ਨਾਮ ਇੱਕ ਰਸ ਲਗਾਤਾਰ ਹਰ ਥਾਂ 'ਤੇ ਚੱਲ ਰਿਹਾ, ਆਮ ਤੌਰ 'ਤੇ ਨਹੀਂ ਸੁਣਦਾ, ਪਰ ਜਦੋਂ ਗੁਰੂ ਦੇ ਸਨਮੁਖ ਹੋ ਜਾਈਏ ਫਿਰ ਗੁਰੂ ਦੇ ਸਨਮੁਖ ਹੋਣ ਦੇ ਨਾਲ ਕੀ ਹੁੰਦਾ ਹੈ ਕਿ ਉਹ ਨਾਮ ਵੀ ਸੁਣਨਾ ਸ਼ੁਰੂ ਕਰ ਦਿੰਦਾ ਹੈ। ਸਪਸ਼ਟ ਸ਼ਬਦਾਂ 'ਚ ਕਹਿ ਦਈਏ ਕਿ ਗੁਰੂ ਦੇ ਸਨਮੁਖ ਹੋਇਆਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਨਾਦੰ, ਜਿਹਨੂੰ ਮਹਾਰਾਜ ਨੇ ਕਿਹਾ ਗੁਰ ਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨੀਆ। ਗੁਰੂ ਹੀ ਐਸੀ ਸ਼ਖਸੀਅਤ ਹੈ ਜਿਹੜਾ ਸਾਨੂੰ ਨਾਮ ਦ੍ਰਿੜ ਕਰਾਉਂਦਾ ਹੈ, ਜਿਹਦੀ ਬਖਸ਼ਿਸ਼ ਦੇ ਨਾਲ ਅਸੀਂ ਨਾਮ ਦੇ ਨਾਲ ਸਾਂਝ ਪਾ ਸਕਦੇ ਹਾਂ। ਮਹਾਰਾਜ ਕਹਿੰਦੇ ਗੁਰਮੁਖ ਨਾਦੰ, ਗੁਰੂ ਦੇ ਸਨਮੁਖ ਹੋਇਆਂ ਹੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਤੋਂ ਬੇਮੁਖ ਬੰਦਾ ਜਿੰਨੇ ਮਰਜ਼ੀ ਯਤਨ ਕਰ ਲਵੇ, ਉਹਨੂੰ ਪਰਮਾਤਮਾ ਦੇ ਨਾਮ 'ਚ ਰਸ ਨਹੀਂ ਆ ਸਕਦਾ, ਉਹਨੂੰ ਨਾਦ ਸੁਣਾਈ ਨਹੀਂ ਦੇ ਸਕਦਾ। ਗੁਰਮੁਖ ਨਾਦੰ। ਫਿਰ ਮਹਾਰਾਜ ਕਹਿੰਦੇ ਗੁਰਮੁਖ ਵੇਦੰ। ਇੱਥੇ ਵੇਦੰ ਦਾ ਅਰਥ ਹੈ ਗਿਆਨ। ਹੁਣ ਗਿਆਨ ਕਿਵੇਂ ਮਿਲਦਾ ਹੈ? ਕਈ ਕਹਿ ਦਿੰਦੇ ਨੇ ਵੀ ਗਿਆਨ ਹੀ ਗੁਰੂ ਹੈ, ਅਤੇ ਮੈਂ ਬੇਨਤੀ ਕਰਾਂ ਇੱਥੇ ਤਾਂ ਮਹਾਰਾਜ ਕਹਿ ਰਹੇ ਨੇ ਵੀ ਗਿਆਨ ਮਿਲਦਾ ਹੀ ਗੁਰੂ ਦੇ ਸਨਮੁਖ ਹੋਇਆ। ਗੁਰੂ ਦੇ ਸਨਮੁਖ ਹੋਇਆਂ ਗਿਆਨ ਮਿਲਦਾ ਹੈ। ਇਸ ਪੰਕਤੀ ਨੂੰ ਧਿਆਨ ਨਾਲ ਸੁਣੋ ਅਤੇ ਸਪਸ਼ਟ ਹੋ ਜਾਵੇਗਾ ਵੀ ਗੁਰੂ ਅਤੇ ਗਿਆਨ ਦੋ ਚੀਜ਼ਾਂ ਨੇ। ਹਾਲਾਂਕਿ ਗਿਆਨ ਗੁਰੂ ਦਾ ਹਿੱਸਾ ਹੈ, ਪਰ ਗਿਆਨ ਗੁਰੂ ਤੋਂ ਜਨਮ ਲੈਣ ਵਾਲੀ ਚੀਜ਼ ਹੈ, ਨਾ ਕਿ ਗੁਰੂ ਹੀ ਹੈ। ਮਹਾਰਾਜ ਕਹਿੰਦੇ ਗੁਰਮੁਖ ਵੇਦੰ, ਗੁਰੂ ਦੇ ਸਨਮੁਖ ਹੋਇਆਂ ਗਿਆਨ ਮਿਲਦਾ ਹੈ। ਗੁਰਬਾਣੀ 'ਚ ਬੜੇ ਪ੍ਰਮਾਣ ਮਿਲ ਜਾਣਗੇ। ਮਹਾਰਾਜ ਕਹਿੰਦੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਹੇ ਭਾਈ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਵੇਦ ਬਿਆਸੈ ਕੋਏ। ਜਿਹਨੂੰ ਮਰਜ਼ੀ ਜਾ ਕੇ ਪੁੱਛ ਲਓ, ਭਾਵੇਂ ਬ੍ਰਹਮੇ ਨੂੰ ਜਾ ਕੇ ਪੁੱਛ ਲਓ। ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰਮੁਖ ਵੇਦੰ, ਗੁਰੂ ਦੇ ਸਨਮੁਖ ਹੋਇਆਂ ਹੀ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਭਾਈ ਗੁਰਦਾਸ ਜੀ ਨੇ 3 ਉਦਾਹਰਨਾਂ ਲੈ ਕੇ ਇਹਨੂੰ ਹੋਰ ਸਪਸ਼ਟ ਕੀਤਾ। ਕਹਿੰਦੇ ਜਿਵੇਂ ਇੱਕ ਇਸਤਰੀ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇ, ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇ, ਔਰ ਇੱਛਾ ਹੈ ਪੁੱਤਰ ਦੀ ਦਾਤ ਲੈਣੀ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜੋ ਮਰਜ਼ੀ ਸ਼ਿੰਗਾਰ ਕਰ ਲਵੇ, ਪਰ ਜੇ ਪਤੀ ਨਾਲ ਮਿਲਾਪ ਨਹੀਂ ਹੋਇਆ ਤਾਂ ਸ਼ਿੰਗਾਰ ਕਰਕੇ ਵੀ ਉਹਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਫਿਰ ਦੂਸਰੀ ਉਦਾਹਰਨ ਲਈ ਕਹਿੰਦੇ ਇੱਕ ਮਾਲੀ ਬੜੇ ਯਤਨ ਕਰੇ, ਉੱਦਮ ਕਰੇ ਬਾਗ ਦੇ ਵਿੱਚ, ਵੀ ਉਹ ਚਾਹਵੇ ਵੀ ਇਹਨਾਂ ਰੁੱਖਾਂ ਨੂੰ, ਇਹਨਾਂ ਬੂਟਿਆਂ ਨੂੰ ਫਲ ਜਾਂ ਫੁੱਲ ਲੱਗਣ। ਕਹਿੰਦੇ ਮਾਲੀ ਜਿੰਨੇ ਮਰਜ਼ੀ ਯਤਨ ਕਰ ਲਵੇ, ਪਰ ਬਸੰਤ ਰੁੱਤ ਤੋਂ ਬਿਨਾਂ ਕਿਸੇ ਬੂਟੇ ਨੂੰ ਫੁੱਲ ਜਾਂ ਫਲ ਨਹੀਂ ਲੱਗ ਸਕਦਾ। ਕਿਸਾਨ ਜਿੰਨਾ ਮਰਜ਼ੀ ਯਤਨਸ਼ੀਲ ਹੋਵੇ, ਜਿੰਨੇ ਮਰਜ਼ੀ ਉੱਦਮ ਕਰ ਲਵੇ, ਜਿੰਨੀ ਮਰਜ਼ੀ ਘਾਲਣਾ ਘਾਲ ਲਵੇ, ਪਰ ਪਾਣੀ ਤੋਂ ਬਿਨਾਂ ਫਸਲਾਂ ਨੂੰ ਫਲ ਨਹੀਂ ਲੱਗ ਸਕਦਾ। ਭਾਈ ਗੁਰਦਾਸ ਜੀ ਤੱਤ ਕੱਢਦੇ ਨੇ, ਕਹਿੰਦੇ ਇਸਤਰੀ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇ, ਪਰ ਪਤੀ ਦੇ ਮਿਲਾਪ ਤੋਂ ਬਿਨਾਂ ਪੁੱਤਰ ਦੀ ਪ੍ਰਾਪਤੀ ਨਹੀਂ। ਇੱਕ ਮਾਲੀ ਜਿੰਨੇ ਮਰਜ਼ੀ ਯਤਨ ਕਰ ਲਵੇ, ਬਸੰਤ ਰੁੱਤ ਤੋਂ ਬਿਨਾਂ ਫਲਾਂ ਦੀ ਪ੍ਰਾਪਤੀ ਨਹੀਂ। ਇੱਕ ਕਿਸਾਨ ਜਿੰਨੀ ਮਰਜ਼ੀ ਘਾਲਣਾ ਘਾਲ ਲਵੇ, ਪਾਣੀ ਤੋਂ ਬਿਨਾਂ ਫਸਲ ਫਲ ਨਹੀਂ ਸਕਦੀ। ਇਸੇ ਤਰ੍ਹਾਂ ਇੱਕ ਇਨਸਾਨ ਜਿੰਨੇ ਮਰਜ਼ੀ ਕੋਸ਼ਿਸ਼ਾਂ ਅਤੇ ਯਤਨ ਕਰ ਲਵੇ, ਗੁਰੂ ਤੋਂ ਬਿਨਾਂ ਨਾ ਗਿਆਨ ਮਿਲਦਾ ਹੈ ਅਤੇ ਨਾ ਹੀ ਨਾਮ ਮਿਲਦਾ। ਭਾਈ ਗੁਰਦਾਸ ਜੀ ਦੇ ਬਚਨ ਨੇ, ਕੋਟ ਪ੍ਰਕਾਰ ਨਾਰ ਸਾਜੈ ਜੋ ਸਿੰਗਾਰ ਚਾਰ, ਬਿਨ ਪ੍ਰਧਾਰ ਭੇਟੈ ਸੁੱਤ ਨਾ ਖਿਲਾਏ ਹੈ। ਸਿੰਚੀਐ ਸਲਲ ਨਿਸ ਬਾਸੁਰ ਬਿਰਖ ਮੂਲ, ਫਲ ਨਾ ਬਸੰਤ ਬਿਨ ਤਾਸ ਪ੍ਰਗਟਾਏ ਹੈ। ਸਾਵਣ ਸਮੇਂ ਕਿਸਾਨ ਖੇਤ ਜੋਤ ਬੀਜ ਬੋਵੈ, ਬਰਖਾ ਬਿਹੂਣ ਕਤ ਨਾਜ ਨਿਪਜਾਏ ਹੈ। ਅਨਕ ਪ੍ਰਕਾਰ ਭੇਖ ਧਾਰ ਪ੍ਰਾਨੀ ਭ੍ਰਮੇ ਭੂਮ, ਬਿਨ ਗੁਰ ਉਰ ਗਿਆਨ ਦੀਪ ਨਾ ਜਗਾਏ ਹੈ। ਗੁਰੂ ਤੋਂ ਬਿਨਾਂ ਨਾ ਨਾਮ ਮਿਲਦਾ ਹੈ ਅਤੇ ਨਾ ਹੀ ਗਿਆਨ ਮਿਲਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਨਾਦੰ, ਗੁਰੂ ਦੇ ਸਨਮੁਖ ਹੋਇਆਂ ਹੀ ਨਾਮ ਦੀ ਪ੍ਰਾਪਤੀ ਹੈ। ਗੁਰਮੁਖ ਵੇਦੰ, ਗੁਰੂ ਦੇ ਸਨਮੁਖ ਹੋਇਆਂ ਹੀ ਗਿਆਨ ਦੀ ਪ੍ਰਾਪਤੀ ਹੈ। ਅਤੇ ਫਿਰ ਮਹਾਰਾਜ ਨੇ ਕਿਹਾ ਗੁਰਮੁਖ ਰਹਿਆ ਸਮਾਈ। ਇੱਥੇ ਵੀ ਗੁਰਮੁਖ ਖੱਖੇ ਨੂੰ ਸਿਹਾਰੀ ਹੈ। ਗੁਰੂ ਦੇ ਸਨਮੁਖ ਹੋਇਆਂ ਹੀ ਬੰਦੇ ਨੂੰ ਇਹ ਸੋਝੀ ਆ ਸਕਦੀ ਹੈ ਵੀ ਪਰਮਾਤਮਾ ਹਰ ਥਾਂ 'ਤੇ ਸਮਾਇਆ। ਦੇਖੋ ਸਾਧ ਸੰਗਤ, ਅਸੀਂ ਗਿਆਨ ਦੇ ਤਲ 'ਤੇ, ਦਿਮਾਗ ਦੇ ਤਲ 'ਤੇ ਕਹੀ ਜਾਈਏ ਵੀ ਰੱਬ ਹਰ ਥਾਂ 'ਤੇ ਆ ਜੀ, ਰੁੱਖਾਂ 'ਚ ਵੀ ਆ, ਹਰ ਥਾਂ 'ਤੇ ਆ, ਪਰ ਸਾਨੂੰ ਅਹਿਸਾਸ ਤਾਂ ਨਹੀਂ ਨਾ ਹੁੰਦਾ। ਭਾਵੇਂ ਜਿਹੜਾ ਬੰਦਾ ਜਿੰਨਾ ਮਰਜ਼ੀ ਕੂਕ ਕੂਕ ਕੇ ਕਹੀ ਜਾਵੇ ਵੀ ਹਰ ਕਿਸੇ 'ਚ ਪਰਮਾਤਮਾ ਹੈ, ਪਰ ਐਸੇ ਬੰਦੇ ਆਪਣੇ ਦੁਸ਼ਮਣਾਂ ਨਾਲ ਨਫ਼ਰਤ ਵੀ ਕਰਦੇ ਨੇ।
ਕਿ ਉਹਨਾਂ ਨੂੰ ਆਪਣੇ ਦੁਸ਼ਮਣਾਂ ਦੇ ਵਿੱਚ ਪਰਮਾਤਮਾ ਨਹੀਂ ਦਿਖਦਾ? ਨਹੀਂ ਦਿਖਦਾ ਸਾਧ ਸੰਗਤ। ਕਿਉਂ? ਕਿਉਂਕਿ ਗੁਰੂ ਦੇ ਸਨਮੁਖ ਨਹੀਂ ਹੋਏ। ਦਿਮਾਗ ਕਰਕੇ ਇਨਫੋਰਮੇਸ਼ਨ ਮਿਲ ਗਈ ਵੀ ਹਰ ਥਾਂ 'ਤੇ ਪਰਮਾਤਮਾ ਹੈ, ਪਰ ਗੁਰੂ ਦੇ ਸਨਮੁਖ ਨਹੀਂ ਹੋਏ। ਇਸ ਕਰਕੇ ਅਹਿਸਾਸ ਹੀ ਨਹੀਂ ਹੋ ਰਿਹਾ ਵੀ ਹਰ ਥਾਂ 'ਤੇ ਪਰਮਾਤਮਾ ਹੀ ਆ, ਕੋਈ ਦੂਜਾ ਹੈ ਹੀ ਨਹੀਂ। ਪਰ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਫਿਰ ਉਹਨੂੰ ਜ਼ਰੇ ਜ਼ਰੇ 'ਚੋਂ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ। ਫਿਰ ਉਹਦੇ ਲਈ ਕੋਈ ਬੇਗਾਨਾ ਅਤੇ ਆਪਣਾ ਨਹੀਂ ਰਹਿੰਦਾ, ਕੋਈ ਵੈਰੀ ਅਤੇ ਮਿੱਤਰ ਨਹੀਂ ਰਹਿੰਦਾ, ਕੋਈ ਸੋਨਾ ਅਤੇ ਮਿੱਟੀ ਨਹੀਂ ਰਹਿੰਦਾ, ਕਿਉਂਕਿ ਉਹ ਹਰ ਇੱਕ ਚੀਜ਼ 'ਚੋਂ ਹੀ ਪਰਮਾਤਮਾ ਦਾ ਅਹਿਸਾਸ ਕਰਦੇ ਨੇ। ਗੁਰੂ ਦੇ ਸਨਮੁਖ ਹੋਇਆਂ ਨੂੰ ਹੀ ਇਹ ਸੋਝੀ ਪੈਂਦੀ ਹੈ ਕਿ ਜਲੇ ਹਰੀ, ਥਲੇ ਹਰੀ, ਉਰੇ ਹਰੀ, ਬਣੇ ਹਰੀ, ਗਿਰੇ ਹਰੀ, ਗੁਫੇ ਹਰੀ, ਸਿਧੇ ਹਰੀ, ਨਭੇ ਹਰੀ। ਐਸਾ ਅਹਿਸਾਸ ਗੁਰੂ ਦੇ ਸਨਮੁਖ ਹੋਇਆਂ ਹੀ ਹੋ ਸਕਦਾ ਹੈ। ਮਹਾਰਾਜ ਕਹਿੰਦੇ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਫਿਰ ਦਾਤਾ ਜੀ ਰਹਿਮਤ ਕਰਦੇ ਨੇ, ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਨੇ, ਗੁਰ ਈਸਰ, ਗੁਰੂ ਹੀ ਈਸਰ ਹੈ। ਈਸਰ ਤੋਂ ਭਾਵ ਸ਼ਿਵ। ਇੱਥੇ ਤੁਸੀਂ ਦੇਖ ਲਓ, ਕੋਈ ਸ਼ਿਵ ਜੀ ਦਾ ਭਗਤ ਹੈ, ਕੋਈ ਬ੍ਰਹਮੇ ਦਾ ਭਗਤ ਹੈ, ਕੋਈ ਗੋਰਖ ਦਾ ਭਗਤ ਹੈ, ਕੋਈ ਪਾਰਬਤੀ ਮਾਈ ਦਾ ਭਗਤ ਹੈ। ਪਰ ਮਹਾਰਾਜ ਕਹਿੰਦੇ ਤੁਸੀਂ ਸਾਰਾ ਕੁਝ ਛੱਡੋ, ਆਪਣੇ ਗੁਰੂ ਦੀ ਸ਼ਰਨੀ ਆ ਜਾਓ, ਕਿਉਂਕਿ ਗੁਰੂ ਹੀ ਸਭ ਕੁਝ ਹੈ। ਜਿਹੜੀਆਂ ਤਾਕਤਾਂ ਤੁਸੀਂ ਕਹਿੰਦੇ ਹੋ ਸ਼ਿਵ ਜੀ ਵਿੱਚ ਹਨ, ਕਹਿੰਦੇ ਗੁਰੂ ਮੇਰਾ ਉਹਨਾਂ ਤਾਕਤਾਂ ਦਾ ਵੀ ਮਾਲਕ ਹੈ। ਜਿਹੜੀ ਦੁਨੀਆ ਕਹਿ ਰਹੀ ਹੈ, ਮੈਂ ਦੁਨੀਆ ਦੀ ਗੱਲ ਕਰ ਰਿਹਾ, ਦੁਨੀਆ ਕਹਿੰਦੀ ਗੋਰਖ 'ਚ ਫਲਾਣੀ ਤਾਕਤ, ਮਹਾਰਾਜ ਕਹਿੰਦੇ ਗੁਰੂ 'ਚ ਉਹ ਵੀ ਤਾਕਤ ਹੈ। ਜਿਹੜਾ ਕਹਿੰਦਾ ਵੀ ਬ੍ਰਹਮਾ ਆਹ ਸਮਰੱਥਾ ਰੱਖਦਾ ਹੈ, ਮਹਾਰਾਜ ਕਹਿੰਦਾ ਗੁਰੂ ਉਹ ਵੀ ਸਮਰੱਥਾ ਰੱਖਦਾ ਹੈ। ਮਹਾਰਾਜ ਕਹਿੰਦੇ ਤੁਸੀਂ ਅਲੱਗ-ਅਲੱਗ ਗੁਣ ਲੈਣ ਲਈ ਅਲੱਗ-ਅਲੱਗ ਦੇਵਤਿਆਂ ਨੂੰ ਪੂਜਦੇ ਹੋ, ਸਾਰੇ ਕੰਮ ਛੱਡੋ, ਗੁਰੂ ਦੀ ਸ਼ਰਨੀ ਆ ਜਾਓ, ਕਿਉਂਕਿ ਗੁਰੂ ਹੀ ਸ਼ਿਵ ਜੀ ਹੈ, ਗੁਰੂ ਹੀ ਗੋਰਖ ਹੈ, ਗੁਰੂ ਹੀ ਬ੍ਰਹਮਾ ਹੈ। ਮਹਾਰਾਜ ਕਹਿੰਦੇ ਮੇਰੇ ਲਈ ਗੁਰੂ ਹੀ ਪਾਰਬਤੀ ਮਾਈ ਹੈ। ਕਹਿਣ ਤੋਂ ਭਾਵ ਮੇਰੇ ਲਈ ਗੁਰੂ ਹੀ ਸਭ ਕੁਛ ਹੈ। ਮੈਂ ਨਹੀਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ, ਕਿਉਂਕਿ ਮੇਰੇ ਲਈ ਸਤਿਗੁਰੂ ਹੀ ਸਭ ਕੁਛ ਹੈ। ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਇੱਥੇ ਕਈ ਸੱਜਣ ਵਿਸ਼ਰਾਮ ਬਰਮਾ 'ਤੇ ਲਾਉਂਦੇ ਨੇ, ਕਈ ਗੁਰ 'ਤੇ ਲਾਉਂਦੇ ਨੇ। ਅਰਥਾਂ ਮੁਤਾਬਕ ਦੋਨੋਂ ਹੀ ਸਹੀ ਨੇ, ਆਪੋ ਆਪਣੀ ਵਿਚਾਰਾਂ ਦੇ ਮੁਤਾਬਕ ਦੋਨੋਂ ਹੀ ਸਹੀ ਨੇ। ਮਹਾਰਾਜ ਕਹਿੰਦੇ ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਮੇਰੇ ਲਈ ਗੁਰੂ ਹੀ ਈਸਰ ਹੈ, ਗੁਰੂ ਹੀ ਗੋਰਖ ਹੈ, ਗੁਰੂ ਹੀ ਬ੍ਰਹਮਾ ਹੈ ਅਤੇ ਗੁਰੂ ਹੀ ਪਾਰਬਤੀ ਮਾਈ ਹੈ। ਸਾਰੀਆਂ ਤਾਕਤਾਂ ਦਾ ਮਾਲਕ ਗੁਰੂ ਆਪ ਹੀ ਹੈ। ਦਾਤਾ ਜੀ ਰਹਿਮਤ ਕਰ ਰਹੇ ਨੇ, ਜੇ ਹਉ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ। ਮਹਾਰਾਜ ਕਹਿੰਦੇ ਉਹ ਪਰਮਾਤਮਾ ਦਾ ਹੁਕਮ, ਉਹ ਪਰਮਾਤਮਾ ਇੰਨਾ ਵੱਡਾ ਹੈ ਕਿ ਜੇ ਮੈਂ ਉਹਨੂੰ ਜਾਣ ਵੀ ਲਵਾਂ ਤਾਂ ਆਪਣੀ ਜ਼ਬਾਨ ਤੋਂ ਉਹਨੂੰ ਆਖ ਨਹੀਂ ਸਕਦਾ, ਵਰਣਨ ਨਹੀਂ ਕਰ ਸਕਦਾ। ਜੇ ਹੋ ਜਾਣਾ ਆਖਾਂ ਨਹੀਂ, ਜੇ ਮੈਂ ਜਾਣ ਵੀ ਲਵਾਂ ਉਹਨੂੰ ਬਿਆਨ ਨਹੀਂ ਕਰ ਸਕਦਾ। ਕਹਿਣਾ ਕਥਨ ਨਾ ਜਾਈ, ਅਤੇ ਬੋਲ ਕੇ ਮੈਂ ਉਹਨੂੰ ਕਥਨ ਨਹੀਂ ਕਰ ਸਕਦਾ, ਕਿਉਂਕਿ ਅਕਥ ਹੈ। ਤੀਜੀ ਪੌੜੀ ਦੇ ਵਿੱਚ ਇਹਦੀ ਵਿਚਾਰ ਆਪਾਂ ਡਿਟੇਲ ਨਾਲ ਕੀਤੀ ਸੀ ਕਿ ਉਹ ਪਰਮਾਤਮਾ ਅਕਥ ਹੈ, ਉਹਨੂੰ ਕਥਿਆ ਨਹੀਂ ਜਾ ਸਕਦਾ। ਜਿਹੜਾ ਉਹਨੂੰ ਜਾਣ ਵੀ ਲਵੇ ਉਹ ਕਦੀ ਦੁਨਿਆਵੀ ਸ਼ਬਦਾਂ 'ਚ ਬਿਆਨ ਕਰ ਹੀ ਨਹੀਂ ਸਕਦਾ। ਜੇ ਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਗੁਰਾ ਇੱਕ ਦੇਹ ਬੁਝਾਈ, ਹੇ ਮੇਰੇ ਸਤਿਗੁਰੂ ਮੈਨੂੰ ਇੱਕ ਗੱਲ ਚੰਗੀ ਤਰ੍ਹਾਂ ਬੁਝਾ ਦਿਓ, ਸਮਝਾ ਦਿਓ। ਪਾਤਸ਼ਾਹ ਜੀ ਕਿਹੜੀ? ਮਹਾਰਾਜ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਕਹਿੰਦੇ ਮੇਰੇ ਸਤਿਗੁਰੂ ਇੱਕ ਗੱਲ ਮੈਨੂੰ ਚੰਗੀ ਤਰ੍ਹਾਂ ਸਮਝਾ ਦੇ ਕਿ ਸਾਰੇ ਜੀਆਂ ਦਾ ਬਸ ਇੱਕੋ ਦਾਤਾ ਹੈ। ਦਾਤੇ ਦੋ ਜਾਂ ਤਿੰਨ ਨਹੀਂ, ਇਹ ਨਹੀਂ ਵੀ ਉਹਦੇ ਤੋਂ ਵੀ ਮਿਲਦਾ ਹੈ। ਹੁਣ ਕਈ ਸੱਜਣ ਇਸ ਤਰ੍ਹਾਂ ਕਰਦੇ ਨੇ ਨਾ, ਕਿਸੇ ਪੀਰ ਕੋਲ ਵੀ ਚਲੇ ਜਾਣਗੇ, ਪੰਡਤ ਕੋਲ ਵੀ ਚਲੇ ਜਾਣਗੇ, ਗੁਰਦੁਆਰੇ ਵੀ ਆ ਜਾਣਗੇ। ਜੇ ਤਾਂ ਦਾਤੇ ਦੋ ਜਾਂ ਤਿੰਨ ਹੁੰਦੇ ਫਿਰ ਤਾਂ ਤੁਸੀਂ ਉਹਨਾਂ ਥਾਵਾਂ 'ਤੇ ਜਾਂਦੇ। ਪਰ ਮਹਾਰਾਜ ਕਹਿੰਦੇ ਕਿੱਥੇ ਭੜਕ ਰਹੇ ਹੋ, ਇੱਕ ਪਰਮਾਤਮਾ ਦੀ ਸ਼ਰਨੀ ਆਓ, ਕਿਉਂਕਿ ਦੇਣ ਵਾਲਾ ਦਾਤਾ ਉਹੀ ਹੈ, ਉਹਦੇ ਤੋਂ ਬਿਨਾਂ ਹੋਰ ਕਿਸੇ ਕੋਲ ਸਮਰੱਥਾ ਨਹੀਂ ਵੀ ਉਹ ਵੰਡ ਸਕੇ। ਸਭਨਾ ਜੀਆਂ ਕਾ ਇੱਕ ਦਾਤਾ, ਇੱਕੋ ਹੀ ਹੈ ਦਾਤਾ ਸਾਰਿਆਂ ਦਾ। ਇਹ ਨਹੀਂ ਵੀ ਮਨੁੱਖਾਂ ਦਾ ਦਾਤਾ ਕੋਈ ਹੋਰ ਹੈ, ਜਾਨਵਰਾਂ ਦਾ ਕੋਈ ਹੋਰ ਹੈ। ਜਿੰਨੇ ਵੀ ਜੀਵ ਹਨ ਸਾਰਿਆਂ ਦਾ ਦਾਤਾ ਇੱਕੋ ਹੈ। ਅਤੇ ਮੇਰੇ ਸਤਿਗੁਰੂ ਕਿਰਪਾ ਕਰਿਓ ਸੋ ਮੈਂ ਵਿਸਰ ਨਾ ਜਾਈ। ਰਹਿਮਤ ਕਰਿਓ ਜਿਹੜਾ ਇੱਕੋ ਦਾਤਾ ਹੈ ਮੈਨੂੰ ਕਿਤੇ ਉਹ ਵਿਸਰ ਨਾ ਜਾਵੇ, ਭੁੱਲ ਨਾ ਜਾਵੇ, ਉਹਨੂੰ ਮੈਂ ਸਦਾ ਚੇਤੇ ਰੱਖਾਂ, ਸਦਾ ਸਿਮਰਦਾ ਰਵਾਂ। ਇਹਨਾਂ ਪੰਕਤੀਆਂ ਦੀ ਵਿਚਾਰ ਆਪਾਂ ਅੱਗੇ ਵੀ ਕਰਾਂਗੇ, ਕਿਉਂਕਿ ਇਹ ਪੰਕਤੀ ਅਗਲੀ ਪੌੜੀ 'ਚ ਵੀ ਆਉਂਦੀ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ,
ਸੋ ਮੈਂ ਵਿਸਰ ਨਾ ਜਾਈ। 6ਵੀਂ ਪੌੜੀ ਦੇ ਵਿੱਚ ਵੀ ਇਹ 2 ਪੰਕਤੀਆਂ ਅਖੀਰ 'ਤੇ ਆਉਣਗੀਆਂ। ਉਦੋਂ ਆਪਾਂ ਉੱਪਰਲੀ ਵਿਚਾਰ ਨੂੰ ਸੰਕੋਚ ਕੇ ਇਹਦੀ ਥੋੜ੍ਹੀ ਡਿਟੇਲ ਕਰਾਂਗੇ। ਅੱਜ ਸਮਾਂ ਸਮਾਪਤ ਹੈ। ਤੋ ਅੱਜ ਦੀ ਪੌੜੀ ਦੇ ਵਿੱਚ ਆਪਾਂ ਇਹ ਵਿਚਾਰ ਕੀਤੀ ਕਿ ਪਰਮਾਤਮਾ ਨੂੰ ਥਾਪਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਉਹ ਆਪਣੇ ਆਪ ਤੋਂ ਬਣਿਆ ਹੈ। ਜਿਸ ਕਿਸੇ ਨੇ ਉਹਦੀ ਸੇਵਨਾ ਕੀਤੀ ਉਹਨੂੰ ਵਡਿਆਈ ਮਿਲਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨੂੰ ਗਾਓ, ਸੁਣੋ ਔਰ ਉਹਦੇ ਪ੍ਰਤੀ ਪ੍ਰੀਤ ਰੱਖੋ। ਅਤੇ ਜਿਹੜਾ ਇਸ ਤਰ੍ਹਾਂ ਕਰੇਗਾ ਉਹਦੇ ਦੁੱਖ ਦੂਰ ਹੋਣਗੇ, ਸੁੱਖਾਂ ਨੂੰ ਹਿਰਦੇ 'ਤੇ ਵਸਾ ਲਵੇਗਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਉਹਨੂੰ ਨਾਮ ਦੀ ਪ੍ਰਾਪਤੀ ਹੈ, ਗਿਆਨ ਦੀ ਪ੍ਰਾਪਤੀ ਹੈ। ਉਹਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਪਰਮਾਤਮਾ ਹਰ ਥਾਂ 'ਤੇ ਵਿਆਪਕ ਹੈ, ਗੁਰੂ ਹੀ ਈਸ਼ਰ ਹੈ, ਗੁਰੂ ਹੀ ਸਭ ਕੁਛ ਹੈ। ਅਤੇ ਜੇ ਕੋਈ ਉਸ ਪਰਮਾਤਮਾ ਨੂੰ ਜਾਣ ਵੀ ਲਵੇ ਉਹਨੂੰ ਬਿਆਨ ਨਹੀਂ ਕਰ ਸਕਦਾ। ਇਸ ਕਰਕੇ ਸਤਿਗੁਰੂ ਇੱਕ ਗੱਲ ਸਮਝਾ ਦਿਓ ਕਿ ਜਿਹੜਾ ਸਾਰਿਆਂ ਦਾ ਇੱਕ ਦਾਤਾ ਹੈ ਉਹ ਭੁੱਲ ਕੇ ਵੀ ਕਿਤੇ ਮੈਨੂੰ ਵਿਸਰੇ ਨਾ। ਤੋ ਇਸ ਪੌੜੀ ਦੀ ਵਿਚਾਰ ਕੀਤੀ ਹੈ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।